वाहिगुरू जी का खालसा वाहिगुਰੂ जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪਿਛਲੇ ਹਫਤੇ ਤੋਂ ਆਰੰਭ ਹੋਈ ਲੜੀਵਾਰ ਵਿਚਾਰ ਸ਼ਲੋਕ ਮਹਲਾ 9 ਦੀ ਉਸ ਲੜੀ ਨੂੰ ਹੀ ਅੱਜ ਅੱਗੇ ਜਾਰੀ ਰੱਖਾਂਗੇ। ਪਿਛਲੀ ਕਲਾਸ ਵਿੱਚ ਅਸੀਂ ਸ਼ਲੋਕ ਨੰਬਰ 1 ਤੋਂ ਲੈ ਕੇ ਤੇ 5 ਨੰਬਰ ਸ਼ਲੋਕ ਤੱਕ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਸੀ। ਅੱਜ 6 ਨੰਬਰ ਸ਼ਲੋਕ ਤੋਂ ਅੱਗੇ ਇਸ ਵਿਚਾਰ ਨੂੰ ਚਲਾਵਾਂਗੇ। तो आओ सब तो पहले श्लोक 6वें श्लोक का पाठ कर लेंदे हाँ। पतित उदाहरण है हरन हर अनाथ के नाथ, कौ नानक ते जानिए सदा बस्त तुम साथ। पतित उदाहरण, पतित का जो अखरी अर्थ है जो गिरिया होया है। तो गिरिया कित्थों है? वैसे ये लफज का जो रूट है वो पतन तो आया है। पतन का मतलब होंदा है थल्ले उतरना, गिर जाना। जिवें ਜਿਹੜੀ शुद्ध हिंदी बोलन वाले ने वो एयरपोर्ट ਨੂੰ भी विमान पतन ਕਹਿੰਦੇ ਨੇ ਕਿ ਜਿੱਥੇ ਆ ਕੇ ਹਵਾਈ ਜਹਾਜ਼ लैंड करता है। तो पतन होने का मतलब नीवें उतर जाना, गिर जाना। तो पतित ਉਹ ਜਿਹੜਾ गिर चुका है, ਜਿਹੜਾ थल्ले ਢਹਿ ਪਿਆ है। तो ਇੱਥੇ ਕਿਹੜੇ ਪਤਿਤ ਦੀ ਗੱਲ ਹੋ ਰਹੀ ਹੈ? ਇੱਥੇ ਹੁਣ ਫਿਜ਼ੀਕਲ ਗਿਰੇ ਹੋਏ ਦੀ ਗੱਲ ਨਹੀਂ ਹੋ ਰਹੀ ਕਿ ਬਈ ਕੋਈ ਜ਼ਮੀਨ ਤੇ ਡਿੱਗ ਪਿਆ ਹੈ ਠੇਡਾ ਖਾ ਕੇ ਤੇ ਉਹਨੂੰ ਉਠਾਇਆ ਜਾ ਰਿਹਾ ਹੈ। ਇੱਥੇ ਗੱਲ ਹੋ ਰਹੀ ਹੈ ਉਹ ਪਤਿਤ ਜਿਹੜਾ ਆਚਰਨਕ ਤੌਰ ਦੇ ਉੱਤੇ, ਆਤਮਿਕ ਤੌਰ ਦੇ ਉੱਤੇ ਗਿਰਿਆ ਹੋਇਆ ਹੈ। ਭਾਵ ਨੀਵੇਂ ਆਚਰਨ ਵਾਲਾ, ਮਾੜੇ ਕਰਮ ਕਰਨ ਵਾਲਾ ਬੰਦਾ, ਜਿਹਨੂੰ ਆਮ ਸਧਾਰਨ ਲਫ਼ਜ਼ਾਂ ਵਿੱਚ ਅਸੀਂ ਪਾਪੀ ਵੀ ਕਹਿ ਲੈਂਦੇ ਹਾਂ। तो पतित लफज जोड़ा है एक तरीके नाल आम बोलचाल दे विच पापी बंदे दे वास्ते या गिरे हुए आचरण वाले बंदे वास्ते भी वरत लिया जाता है। तो लफज आए हैं पतित उदाहरण। पतित उदाहरण तो भाव होया जिहड़ा पतितां नूं, गिरिया होयां नूं उच्चा चुक दिंदा है। भाव उच्चा चुकन तो की भाव है? ये भी एक सिंबॉलिक यूजेज है लफज का, इस फ्रेज का। भाव यह है कि भी ਜਿਹੜਾ ਮਾੜੇ ਕੰਮ ਕਰਕੇ ਨੀਵੇਂ ਆਚਰਨ ਵਾਲਾ, ਬੁਰੇ ਆਚਰਨ ਵਾਲਾ ਬਣ ਗਿਆ ਹੈ, ਉਸ ਨੂੰ ਉਸ ਤੋਂ ਬਿਹਤਰ, ਉਸ ਤੋਂ ਚੰਗੇ ਆਚਰਨ ਵਾਲਾ ਬਣਾਉਣ ਦੀ ਸਮਰੱਥਾ ਜੋ ਰੱਖਦਾ ਹੈ, ਉਹ ਮਾਨੋ ਪਤਿਤ ਨੂੰ ਉਧਾਰ ਰਿਹਾ ਹੈ, ਉਹਨੂੰ ਉੱਚਾ ਚੁੱਕ ਰਿਹਾ ਹੈ। तो ਜਿਵੇਂ ਜ਼ਮੀਨ ਤੇ ਗਿਰੇ ਹੋਏ ਬੰਦੇ ਨੂੰ ਕੋਈ ਬਾਹ ਫੜ ਕੇ ਸਹਾਰਾ ਦੇ ਕੇ ਉੱਚਾ ਉਠਾ ਦਿੰਦਾ ਹੈ, ਤਾਂ ਉਵੇਂ ਹੀ ਮਾੜੇ ਕਰਮਾਂ ਦੇ ਵਿੱਚ ਪਏ ਹੋਏ ਮਾੜੇ ਆਚਰਨ ਵਾਲੇ ਬੰਦੇ ਨੂੰ ਸੁਧਾਰ ਕੇ ਉਹਦੇ ਅੰਦਰ ਚੰਗੇ ਗੁਣ ਭਰਨੇ, ਉਹਦੇ ਆਚਰਨ ਨੂੰ ਸੋਧਣਾ, ਚੰਗਾ ਕਰ ਦੇਣਾ, ਤਾਂ ਉਹ ਕਿਹਾ ਜਾਏਗਾ ਕਿ ਉਹਨੇ ਉਸ ਪਤਿਤ ਦਾ ਉਧਾਰ ਕੀਤਾ ਹੈ, ਉਹਨੂੰ ਉੱਚਾ ਚੁੱਕ ਦਿੱਤਾ ਹੈ। तो ये प्रभु की सिफत सलाह करदे होए गुरु तेग बहादुर पातशाह कह रहे हैं कि प्रभु जो है वो पतित उदाहरण है। पतितां नूं भी विकारां दे विच खचित होया होयां नूं विकारां तो बचा के उन्हां तो उच्चा चुकन की समर्था रखण वाला है। तो प्रभु पतित उदाहरण है। ये एक सिफत के रूप विच ये फ्रेज इकट्ठा वरतों विच आया है कि प्रभु की ये वडियाई है कि वो पतितां नूं उदाहरण की समर्था रखता है, उन्हां दा उधार करता है। अगले लफज हैं भै हरण। भै का भाव है डर, ते हरण का अर्थ हुंदा है नाश कर देना, खत्म कर देना, उसनूं मुका देना। तो जिवें पहले लफज भी परमात्मा की सिफत विच गुरु साहब ने कहे हैं कि पतित उदाहरण है, तो प्रभु नूं फिर होर सिफत उहदी करदे कहंदे हैं कि भै हरण है। वो हरि, वो प्रभु डर दूर करने वाला है, डर तो बचाने वाला है। तो भै जो लफज है ये भौ तो बहुवचन है। भौ के स्पैलिंग होंगे हैं भब्बा ऊड़े नूं औंकड़, ਉਹਦਾ अर्थ ਹੁੰਦਾ है एक डर। ਤੇ ਭੈ ਜਿਹੜਾ है ਬਹੁਤੇ ਡਰਾਂ ਦੀ ਗੱਲ है। तो ਭੈ हरण जिथे लफज आया तो ਉਹਦਾ मतलब है कि हर तरह के डर नूं दूर करने वाला, खत्म करने वाला। तो प्रभु की यह सिफत है कि वो सारे डरां नूं दूर करने वाला है। तो प्रभु पतित उदाहरण है, भै हरण है। हरि, हरि का भाव प्रभु दे वास्ते है, परमात्मा वास्ते आया है। वो अनाथ के नाथ, अनाथ के नाथ, नाथ का मतलब हुंदा है मालक, खसम।
तो ਜਿਹਦਾ ਕੋਈ ਮਾਲਕ ਨਹੀਂ ਹੈ, ਜਿਹਦੀ ਕੋਈ ਸਾਰ ਨਹੀਂ ਲੈਂਦਾ, ਜਿਹਦੀ ਕੋਈ ਪਾਲਣਾ ਨਹੀਂ ਕਰਦਾ, ਉਹਨੂੰ ਅਨਾਥ ਕਿਹਾ ਜਾਂਦਾ ਹੈ। ਜਿਵੇਂ ਆਮ ਤੌਰ ਤੇ ਸਾਡੀ ਆਮ ਬੋਲਚਾਲ ਦੇ ਅੰਦਰ ਜਿਸ ਬੱਚੇ ਦੇ ਮਾਤਾ ਪਿਤਾ ਗੁਜ਼ਰ ਜਾਣ, ਮਰ ਜਾਣ, ਤਾਂ ਆਮ ਤੌਰ ਤੇ ਕਿਉਂਕਿ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੁੰਦੀ ਹੈ ਬੱਚੇ ਦੀ ਪਾਲਣਾ ਕਰਨ ਦੀ, ਤਾਂ ਉਹ ਉਹਦੇ ਮਾਲਕ ਹੁੰਦੇ ਹਨ, ਬੱਚੇ ਦੀ ਪਾਲਣਾ ਕਰਦੇ ਹਨ। ਪਰ ਜਿਹੜੇ ਬੱਚੇ ਦੇ ਮਾਤਾ ਪਿਤਾ ਗੁਜ਼ਰ ਜਾਂਦੇ ਹਨ ਜਾਂ ਉਹ ਮਾਤਾ ਪਿਤਾ ਤੋਂ ਵਿਛੋੜਾ ਹੋ ਜਾਂਦਾ ਹੈ, ਬੱਚੇ ਦਾ ਕਿਸੇ ਵਜ੍ਹਾ ਕਰਕੇ ਉਹਨਾਂ ਤੋਂ ਵਿਛੜ ਜਾਂਦਾ ਹੈ, ਤਾਂ ਐਸੇ ਬੱਚੇ ਦੇ ਵਾਸਤੇ ਕਿਹਾ ਜਾਂਦਾ ਹੈ ਕਿ ਇਹ ਤਾਂ ਅਨਾਥ ਹੋ ਗਿਆ ਹੈ, ਹੁਣ ਇਹਦਾ ਮਾਲਕ ਕੋਈ ਨਹੀਂ ਰਿਹਾ, ਇਹਦੀ ਪਾਲਣਾ ਕਰਨ ਵਾਲਾ ਕੋਈ ਨਹੀਂ ਰਿਹਾ। ਤਾਂ ਜ਼ਿੰਦਗੀ ਦੇ ਵਿੱਚ ਸਾਰੀ ਮਨੁੱਖਤਾ ਦੇ ਅੰਦਰ ਹਰ ਕਿਸਮ ਦੇ ਬੰਦੇ ਕਿਸੇ ਵੀ ਵਜ੍ਹਾ ਦੇ ਨਾਲ ਅਗਰ ਕੋਈ ਅਨਾਥ ਹੈ, ਜਿਹਦੀ ਪ੍ਰਤਿਪਾਲਨਾ ਕਰਨ ਵਾਲਾ ਕੋਈ ਨਹੀਂ ਹੈ, ਜਿਹਦਾ ਕੋਈ ਖਸਮ ਨਹੀਂ ਹੈ, ਪ੍ਰਭੂ ਉਹਨਾਂ ਦਾ ਖਸਮ ਹੈ, ਉਹਨਾਂ ਦਾ ਮਾਲਕ ਹੈ, ਉਹਨਾਂ ਦੀ ਪ੍ਰਤਿਪਾਲਨਾ ਕਰਨ ਵਾਲਾ ਹੈ। ਤਾਂ ਪ੍ਰਭੂ ਤਾਂ ਸਾਰੇ ਜੀਵਾਂ ਦੀ ਹੀ ਪ੍ਰਤਿਪਾਲਨਾ ਕਰਦਾ ਹੈ, ਤਾਂ ਉਹ ਅਨਾਥਾਂ ਦਾ ਵੀ ਨਾਥ ਹੈ, ਜਿਨ੍ਹਾਂ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ, ਉਹਨਾਂ ਦੀ ਸੰਭਾਲ ਵੀ ਪ੍ਰਭੂ ਕਰਦਾ ਹੈ। ਤਾਂ ਇਸ ਪਹਿਲੀ ਪੰਕਤੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਰਮਾਤਮਾ ਦੀ ਸਿਫਤ ਕਰਦਿਆਂ ਹੋਇਆਂ ਉਸਦੇ ਗੁਣ ਬਿਆਨ ਕੀਤੇ ਹਨ ਕਿ ਹੇ ਭਾਈ, ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲੇ ਹਨ, ਵਿਕਾਰਾਂ ਵਿੱਚ ਡਿੱਗ ਪਏ ਖਚਤ ਹੋਇਆਂ ਨੂੰ ਵਿਕਾਰਾਂ ਤੋਂ ਉੱਚਾ ਚੁੱਕਣ ਵਾਲੇ ਹਨ, ਭੈ ਹਰਨ ਹਨ, ਹਰ ਤਰ੍ਹਾਂ ਦੇ ਡਰ ਦੂਰ ਕਰਨ ਵਾਲੇ ਹਨ, ਅਤੇ ਅਨਾਥਾਂ ਦੇ ਨਾਥ ਹਨ। ਭਾਵ ਜਿਨ੍ਹਾਂ ਦਾ ਕੋਈ ਖਸਮ ਨਹੀਂ, ਜਿਨ੍ਹਾਂ ਦਾ ਕੋਈ ਮਾਲਕ ਨਹੀਂ ਹੈ, ਉਹਨਾਂ ਦੇ ਵੀ ਉਹ ਪ੍ਰਭੂ ਆਪ ਮਾਲਕ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਹਨ, ਕਹੋ ਨਾਨਕ ਤੇ ਜਾਣੀਏ ਸਦਾ ਬਸਤ ਤੁਮ ਸਾਥ। ਹੁਣ ਇੱਕ ਹੋਰ ਵਡਿਆਈ, ਇੱਕ ਹੋਰ ਸਿਫਤ ਪਰਮਾਤਮਾ ਦੀ ਇਸ ਪੰਕਤੀ 'ਚ ਗੁਰੂ ਸਾਹਿਬ ਨੇ ਬਿਆਨ ਕੀਤੀ ਹੈ ਕਿ ਹੇ ਨਾਨਕ ਤੂੰ ਆਖ, ਹੇ ਭਾਈ, ਇਸ ਤਰੀਕੇ ਨਾਲ ਆਪਣੇ ਆਪ ਉਸ ਪ੍ਰਭੂ ਦੀ ਪਛਾਣ ਕਰ, ਉਹਨੂੰ ਇਸ ਤਰੀਕੇ ਨਾਲ ਜਾਣ ਕਿ ਉਹ ਹਮੇਸ਼ਾ ਹੀ ਤੇਰੇ ਨਾਲ ਵਸਦਾ ਹੈ, ਤੇਰੇ ਨਾਲ ਹੀ ਹੈ। ਸਦਾ ਬਸਤ ਤੁਮ ਸਾਥ, ਸਦਾ ਹਮੇਸ਼ਾ। ਸਦਾ ਦਾ ਜੋ ਭਾਵ ਅਰਥ ਹੈ ਉਹ ਹੈ ਹਮੇਸ਼ਾ ਹੀ। ਹੁਣ ਹਮੇਸ਼ਾ ਦੇ ਵਿੱਚ ਕੋਈ ਟਾਈਮ ਗੈਪ ਨਹੀਂ ਹੁੰਦਾ। ਆਲਵੇਜ਼, ਆਲਵੇਜ਼ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਵੀ 24 ਘੰਟਿਆਂ ਵਿੱਚੋਂ 22 ਘੰਟੇ ਜਾਂ 18 ਘੰਟੇ ਜਾਂ 8 ਘੰਟੇ ਜਾਂ 16 ਘੰਟੇ। 24 ਘੰਟੇ ਦਾ ਮਤਲਬ 24 ਘੰਟੇ, ਔਰ ਇੱਕ 24 ਘੰਟੇ ਨਹੀਂ, ਹਰ ਤਰ੍ਹਾਂ ਦੇ 24 ਘੰਟੇ। तो ਜਿਹੜਾ ਅੱਜ ਕੱਲ੍ਹ ਆਮ ਬੜਾ ਪ੍ਰਚਲਿਤ ਫਰੇਜ਼ ਹੈ ਵੀ 24/7 ਦਾ ਮਤਲਬ ਹੁੰਦਾ ਹੈ ਕਿ ਇਹ ਦੁਕਾਨ, ਇਹ ਆਫਿਸ ਹਫਤੇ ਦੇ 7 ਦਿਨ ਖੁੱਲਦਾ ਹੈ ਔਰ 24 ਘੰਟੇ ਖੁੱਲਾ ਰਹਿੰਦਾ ਹੈ। ਪਰ ਇੱਕ ਹਫਤਾ ਹੀ ਨਹੀਂ, ਜਿਹੜਾ ਸਾਰਾ ਸਾਲ ਖੁੱਲਾ ਰਵੇ, ਹਰ ਸਾਲ ਖੁੱਲਾ ਰਵੇ, ਹਰ ਸਮੇਂ ਖੁੱਲਾ ਰਵੇ, ਤਾਂ ਉਹ ਕੀ ਉਹਨੂੰ ਕਵਾਂਗੇ 24/7/365/n ਨੰਬਰ ਆਫ ਈਅਰਸ, ਜਿੰਨੇ ਵੀ ਸਾਲ ਨੇ। तो प्रभु ਜਿਹੜਾ ਹੈ ਉਹਦੇ ਉੱਤੇ ਸਮੇਂ ਦੀ ਕੋਈ ਬੰਦਿਸ਼ ਨਹੀਂ ਹੈ, ਕੋਈ ਲਿਮਿਟ ਨਹੀਂ ਹੈ। ਸਦਾ ਬਸਤ ਤੁਮ ਸਾਥ, ਉਹ ਹਮੇਸ਼ਾ ਹਮੇਸ਼ਾ ਹੀ ਤੁਹਾਡੇ ਨਾਲ ਹੈ, ਤੁਹਾਡੇ ਨਾਲ ਹੀ ਹੈ। ਹੁਣ ਨਾਲ ਕੌਣ ਹੁੰਦਾ ਹੈ? ਆਮ ਤੌਰ ਤੇ ਅਸੀਂ ਸਮਝਦੇ ਹਾਂ ਵੀ ਸਾਡੇ ਘਰ ਦੇ ਮੈਂਬਰ ਸਾਡੇ ਨਾਲ ਹਨ, ਕਿ ਜਦੋਂ ਜਿੰਨਾ ਚਿਰ ਅਸੀਂ ਘਰ ਦੇ ਅੰਦਰ ਹਾਂ, ਬਾਕੀ ਦੇ ਘਰ ਦੇ ਜੀਅ ਵੀ ਨਾਲ ਹੀ ਹਨ ਤੇ ਉਹ ਬਿਲਕੁਲ ਮੇਰੇ ਨੇੜੇ ਹਨ। ਨੇੜੇ ਹੋਣ ਦੀ ਨਿਸ਼ਾਨੀ ਕੀ ਹੁੰਦੀ ਹੈ? ਵੀ ਜਦੋਂ ਵੀ ਆਵਾਜ਼ ਮਾਰੀ ਜਾਏ ਤੇ ਉਹ ਬੰਦਾ ਰਿਸਪੌਂਡ ਕਰਦਾ ਹੈ, ਅੱਗੋਂ ਜਵਾਬ ਮਿਲ ਜਾਂਦਾ ਹੈ, ਤਾਂ ਪਤਾ ਹੋ ਜਾਂਦਾ, ਕਨਫਰਮ ਹੋ ਜਾਂਦਾ ਵੀ ਹਾਂ ਇਹ ਨਾਲ ਹੀ ਹੈ, ਨੇੜੇ ਹੈ। ਹੋਰ ਕੋਈ ਬੰਦੇ ਆਪਣੇ ਦੋਸਤਾਂ ਯਾਰਾਂ ਨੂੰ ਸਮਝਦੇ ਹਨ ਉਹ ਮੇਰੇ ਸਾਥੀ ਹਨ, ਮੇਰੇ ਸਾਥ ਹਨ, ਮੇਰੇ ਨਾਲ ਰਹਿੰਦੇ ਹਨ, ਕਿ ਭਈ ਜਦੋਂ ਕਦੀ ਮੈਂ ਉਹਨਾਂ ਨੂੰ ਬੁਲਾਵਾਂ, ਫੋਨ ਕਰਾਂ, ਉਹ ਫਟ ਹਾਜ਼ਰ ਹੋ ਜਾਂਦੇ ਹਨ, ਉਹ ਵੀ ਮੇਰੇ ਸਾਥ। ਤਾਂ ਬੰਦਾ ਦੁਨੀਆ ਦੇ ਇਸ ਤਰੀਕੇ ਦੇ ਲੋਕਾਂ ਨੂੰ ਆਪਣੇ ਸਾਥੀ, ਆਪਣੇ ਸਾਥ, ਆਪਣੇ ਨੇੜੇ ਦੇ ਸਮਝਦਾ ਹੈ। ਪਰ ਸਭ ਤੋਂ ਨੇੜੇ ਤਾਂ ਬੰਦੇ ਦੇ ਆਪਣਾ ਸਰੀਰ ਹੈ, ਆਪਣੇ ਹੱਥ ਹਨ। ਕਹਿੰਦੇ ਨੇ ਵੀ ਹੱਥ ਤੋਂ ਵੀ ਨੇੜੇ ਕੋਈ ਚੀਜ਼ ਨਹੀਂ ਹੈਗੀ। ਸਭ ਤੋਂ ਨੇੜੇ, ਸਭ ਤੋਂ ਪਹਿਲਾਂ ਜਿੱਥੇ ਵੀ ਕੋਈ ਦਿੱਕਤ ਹੁੰਦੀ ਹੈ, ਸਾਡਾ ਹੱਥ ਉੱਤੇ ਪਹੁੰਚ ਜਾਂਦਾ ਹੈ। ਪਰ ਪ੍ਰਭੂ ਦੀ ਸਿਫਤ ਕਰਦਿਆਂ ਹੋਇਆਂ ਗੁਰਬਾਣੀ ਕਹਿੰਦੀ ਹੈ ਕਿ ਉਹ ਤੇ ਹੱਥ ਤੋਂ ਵੀ ਨੇੜੇ ਹੈ। ਉਹ ਘਰ ਦੇ ਬਾਕੀ ਜੀਆਂ ਤੋਂ ਵੀ ਨੇੜੇ ਹੈ, ਤੁਹਾਡੇ ਆਪਣੇ ਆਪ ਤੋਂ ਵੀ ਨੇੜੇ ਹੈ, ਉਹ ਤਾਂ ਤੁਹਾਡੇ ਅੰਦਰ ਹੀ ਹੈ। ਤਾਂ ਉਸੇ ਹੀ ਭਾਵ ਨੂੰ ਇੱਥੇ ਗੁਰੂ ਸਾਹਿਬ ਨੇ ਇਹਨਾਂ ਲਫ਼ਜ਼ਾਂ 'ਚ ਬਿਆਨ ਕੀਤਾ ਹੈ, ਕਹੋ ਨਾਨਕ ਤੇ ਜਾਣੀਏ ਸਦਾ ਬਸਤ ਤੁਮ ਸਾਥ। ਘਰ ਦੇ ਮੈਂਬਰ ਸਾਡੇ ਤੋਂ ਦੂਰ ਹੋ ਸਕਦੇ ਨੇ, ਕੋਈ ਘਰੋਂ ਬਾਹਰ ਕੰਮ ਵਾਸਤੇ ਜਾ ਸਕਦਾ ਹੈ, ਜਾਂ ਅਸੀਂ ਘਰੋਂ ਬਾਹਰ ਕੰਮ ਵਾਸਤੇ ਜਾ ਸਕਦੇ ਹਾਂ, ਤੇ ਫਿਰ ਬਾਕੀ ਦੇ ਬੰਦੇ ਘਰ ਹੀ ਰਹਿ ਜਾਣਗੇ, ਸਾਡੇ ਨਾਲ ਨਹੀਂ ਰਹਿਣਗੇ, ਤਾਂ ਉਹ ਸਾਡੇ ਤੋਂ ਦੂਰ ਹੋ ਸਕਦੇ ਹਨ।
तो इसलिए दुनिया का कोई भी इंसान उन्ना नेड़े नहीं हो सकता जिन्ना प्रभु साढ़े नेड़े है। ते गुरबाणी ने तो यही गल आखी है कि वो तो हाथ पै नेड़े है, हथ तो भी नेड़े है। भी हथ भी जिथे सानू तकलीफ होंगी है उत्थे पहुँचदियां कुछ एक सैकेंड का गैप, टाइम गैप तो पएगा ही ना। जे मान लो मेरे गोडे के उत्ते दर्द हो रही है या मेरी बांह के उत्ते दर्द हो रही है, तो मैं एक हाथ नाल दूजे हाथ की बांह नूं पहुँचा के उत्ते फील करांगा। तो वो जिहड़ा टाइम है जब तक मेरे ब्रेन तो सिग्नल आया है और मेरे हाथ ने रिएक्ट किया है, तो कुछ एक समा तो ਉਹਦੇ ਚ गुजर ही जाता है। पर प्रभु का साढ़े अंदर ही बैठा है, उसनों किसी समय तो वास्ते तो कोई समय का गैप ही नहीं है, वो सदा साढ़े नाल है, कोई दूरी ही नहीं है। तो ये प्रभु की सिफत सलाह करते हुए इस श्लोक गुरु साहब कहते हैं कि पतित उदाहरण पै हरन हर अनाथ के नाथ, कौ नानक के जानिए सदा बस्त तुम साथ। ये भाई प्रभु जी दिखाते सारे डर दूर करने वाले हैं, अनाथां दे नाथ हैं, जिन्हों का कोई मालक नहीं है, जिन्हों की कोई पालना नहीं है। तो इस प्रभु ਨੂੰ ऐसा जानो कि वो हमेशा ही ਤੁਹਾਡੇ नाल ਹਨ, हर पल ਤੁਹਾਡੇ नाल ਹਨ, ਤੁਹਾਡੇ अंग सन। अगले श्लोक के गुरु साहब फरमाते हैं कि तन धन जह तो को दियो तास्यो नेह न कीन, कौन नानक नर बावरे अब क्यों डोलत दीन। तन शरीर, धन ऐसा दौलत, जह जिसने तो को तेनू दियो दिते हैं, ਤਾਂ ਸਿਓ ਉਸ ਦੇ ਨਾਲ नेह ना कीन। नेह का आखिरी अर्थ है स्नेह तो लफज बनया है जिसका अर्थ है प्यार। ये लफज संस्कृत के मूल स्नेह तो बनया है ਤੇ ਇਹਦਾ ਪੰਜਾਬੀ रूप है नेह। ਜਿਹੜੇ ਅੱਧੇ ਅੱਖਰਾਂ ਵਾਲੇ ਲਫ਼ਜ਼ ਸੰਸਕ੍ਰਿਤ ਵਿੱਚੋਂ ਪੰਜਾਬੀ ਚ ਆਏ ਹਨ, ਉਹਨਾਂ ਦਾ ਬੜਾ ਇੰਟਰਸਟਿੰਗ ਜਿਹਾ ਇੱਕ ਸਿਸਟਮ ਹੈ ਕਿ ਉਹਨਾਂ ਦੇ ਦੋ ਰੂਪ ਮਿਲਦੇ ਹਨ। ਜਿਵੇਂ ਇਹ ਪਿਆਰ ਦੇ ਅਰਥਾਂ ਦੇ ਵਿੱਚ ਲਫ਼ਜ਼ ਨੇਹ ਵੀ ਵਰਤਿਆ ਜਾਂਦਾ ਹੈ ਤੇ ਅਸਨੇਹ ਵੀ ਵਰਤਿਆ ਜਾਂਦਾ ਹੈ, ਜਿਹਦੇ ਵਿੱਚ ਐੜਾ ਸੱਸਾ ਤੇ ਅੱਗੋਂ ਫਿਰ ਨੇਹ, ਇਹੀ ਸਪੈਲਿੰਗ ਜਿਹੜੇ ਅੱਗੇ ਹਨ ਉਹ ਵੀ ਹੈ। ਤਾਂ ਨੇਹ ਔਰ ਅਸਨੇਹ ਇਹ ਦੋਨੋਂ ਲਫ਼ਜ਼ ਹੀ ਸਨੇਹ ਦੇ ਤੋਂ ਬਣੇ ਹਨ ਅਤੇ ਇੱਕੋ ਹੀ ਅਰਥ ਰੱਖਦੇ ਹਨ, ਪਰ ਉਚਾਰਨ ਔਰ ਸਰੂਪ ਇਹਨਾਂ ਦੇ ਵੱਖੋ ਵੱਖਰੇ ਹਨ। ਇਸੇ ਤਰ੍ਹਾਂ ਦੇ ਹੋਰ ਵੀ ਅਨੇਕਾਂ ਲਫ਼ਜ਼ ਹਨ ਜਿਹੜੇ ਅੱਧੇ ਅੱਖਰ ਦੇ ਜਿਨ੍ਹਾਂ ਦੇ ਸਰੂਪ ਹੈ ਹਿੰਦੀ ਵਿੱਚ, ਸੰਸਕ੍ਰਿਤ ਵਿੱਚ, ਉਹ ਜਦੋਂ ਪੰਜਾਬੀ ਚ ਆਉਂਦੇ ਹਨ ਤੇ ਉਹਨਾਂ ਦੇ ਦੋ ਰੂਪ ਬਣ ਜਾਂਦੇ ਹਨ। ਜਿਵੇਂ ਸਥਲ, ਅੱਧਾ ਸਾ ਠ ਤੇ ਲ, ਸਥਲ, ਉਹਨੂੰ ਪੰਜਾਬੀ ਚ ਅਸਥਲ ਵੀ ਕਹਿੰਦੇ ਹਨ ਤੇ ਥਲ ਵੀ ਕਹਿੰਦੇ ਹਨ। ਇਸੇ ਤਰ੍ਹਾਂ ਹੀ ਸਤਨ, ਸਤਨ ਤੋਂ ਅਸਥਨ ਵੀ ਹੈ ਤੇ ਥਨ ਵੀ ਹੈ। तो इस तरीके ਦੇ ਨਾਲ ਇਵੇਂ ਹੀ ਸਰੂਪ ਅਸਰੂਪ ਵੀ ਹੈ ਤੇ ਰੂਪ ਵੀ ਹੈ। तो ਪੰਜਾਬੀ ਬੋਲੀ ਵਿੱਚ ਜਦੋਂ ਇਹ ਹਿੰਦੀ ਦੇ ਉਹਨਾਂ ਲਫ਼ਜ਼ਾਂ ਨੂੰ ਜਦੋਂ ਪੰਜਾਬੀ ਰੂਪ ਦਿੱਤਾ ਜਾਂਦਾ ਹੈ ਤਾਂ ਉਹ ਦੋ ਤਰੀਕੇ ਦੇ ਨਾਲ ਆਉਂਦੇ ਹਨ। ਜਾਂ ਤਾਂ ਅੱਧੇ ਅੱਖਰ ਦੇ ਅੱਗੇ ਐੜਾ ਲੱਗ ਜਾਂਦਾ ਹੈ ਤੇ ਉਹ ਅੱਧੇ ਅੱਖਰ ਨੂੰ ਨਾਲ ਪੂਰਾ ਕਰ ਦਿੰਦੇ ਹਨ, ਜਿਵੇਂ ਅਸਨੇ, ਤੇ ਜਾਂ ਫਿਰ ਉਹ ਅੱਧਾ ਅੱਖਰ ਉੱਡ ਹੀ ਜਾਂਦਾ ਹੈ ਤੇ ਬਾਕੀ ਦਾ ਜਿਹੜਾ ਵਰਡ ਹੈ ਉਹ ਪੰਜਾਬੀ ਦਾ ਆਪਣੇ ਰੂਪ ਲੈ ਲੈਂਦਾ ਹੈ, ਜਿਵੇਂ ਨੇ। तो इत्थे बिना उस अखर दे लफज आया है, ਇਹਦਾ ਭਾਵ है नेह यानी कि प्यार। तो गुरु साहब इत्थे कह रहे हैं कि जिस प्रभु ने तेनू शरीर दिता, धन पदार्थ दिते, उस नाल तू प्यार नहीं करदा, नहीं कीता, तू ना कीन नहीं कीता। ਹੁਣ ਇਹ ਗੱਲ ਤਾਂ ਅਸੀਂ ਅਨੇਕਾਂ ਵਾਰੀ ਗੁਰਬਾਣੀ ਚ ਪੜ ਚੁੱਕੇ ਹਾਂ। ਪਿਛਲੇ 5 ਨੰਬਰ ਸ਼ਲੋਕ ਦੇ ਵਿੱਚ ਵੀ ਜਿਹੜੀ ਗੱਲਾਂ ਕੀਤੀਆਂ ਹਨ ਕਿ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ, ਇਨਮੇ ਕਛ ਸੰਗੇ ਨਹੀਂ ਨਾਨਕ ਸਾਚੀ ਜਾਨ। ਇਹ ਬੰਦਾ ਇਹਨਾਂ ਚੀਜ਼ਾਂ ਨੂੰ ਆਪਣੀਆਂ ਤੇ ਸਮਝਦਾ ਹੈ, ਪਰ ਇਹ ਭੁੱਲ ਜਾਂਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਵੀ ਮਿਲੀਆਂ ਉਹਨੂੰ ਪ੍ਰਭੂ ਤੋਂ ਹੀ ਸਨ। ਉਹ ਸਭ ਜੋ ਚੀਜ਼ਾਂ ਵੀ ਇਨਸਾਨ ਜ਼ਿੰਦਗੀ ਵਿੱਚ ਆਪਣੀਆਂ ਸਮਝਦਾ ਹੈ, ਜਿਨ੍ਹਾਂ ਦੀ ਵਰਤੋਂ ਕਰਦਾ ਹੈ, ਉਹ ਦਾਤਾਂ ਸਾਰੀਆਂ ਹੀ ਪ੍ਰਭੂ ਤੋਂ ਹੀ ਪ੍ਰਾਪਤ ਹੋਈਆਂ ਹੁੰਦੀਆਂ ਹਨ, ਉੱਥੋਂ ਹੀ ਮਿਲੀਆਂ ਹੁੰਦੀਆਂ ਹਨ।
तो ये ਸਰੀਰ ਜਿਸ ਨੂੰ ਬੰਦਾ ਆਪਣਾ ਸਮਝਦਾ ਹੈ ਕਿ ਜਿਹੜਾ ਇਹ ਤਾਂ ਮੇਰੇ ਜਨਮ ਤੋਂ ਹੀ ਮੇਰੇ ਨਾਲ ਹੈ, ਉਹ ਜੀਵ ਨੂੰ ਉਹ ਸਰੀਰ ਵੀ ਪ੍ਰਭੂ ਤੋਂ ਹੀ ਦਾਤ ਰੂਪ ਵਿੱਚ ਮਿਲਿਆ ਹੈ। ਜਿਹੜੇ ਧਨ ਪਦਾਰਥ ਜ਼ਿੰਦਗੀ 'ਚ ਵਰਤਦਾ ਹੈ, ਉਹ ਸਾਰੇ ਵੀ ਪ੍ਰਭੂ ਦੀ ਹੀ ਬਖਸ਼ਿਸ਼ ਹੈ। तो गुरु साहब कहते हैं कि जिस प्रभु ने मेहर करके बख्शिश करके तेनू तन और धन दिता है, तू उसदे नाल तां प्रेम नहीं कीता, ਉਹਦੇ ਨਾਲ ਪਿਆਰ नहीं पाया। प्यार पा लिया तू उन्हां दातां दे नाल, दात प्यारी विसरिया दातारा। तो इसलिए ऐसी गलती, ऐसी मूर्खता करने वाले नू गुरु साहब बावरे कह के संबोधन करते हैं कि कहो नानक नर बावरे, हे चले इंसान, अब क्यों डोलत दीन, हुण तू डोल क्यों रहा है। ਡੋਲਣ ਦਾ ਮਤਲਬ ਹੁੰਦਾ ਹੈ ਘਬਰਾਹਟ ਚ ਪੈ ਜਾਣਾ, ਵੇਵਰਿੰਗ ਮਾਈਂਡ ਜਿਵੇਂ ਹੋ ਜਾਣਾ, ਭਰੋਸਾ ਨਾ ਹੋਣਾ ਕਿਸੇ ਚੀਜ਼ ਦੇ ਉੱਤੇ। ਡੋਲਦਾ ਬੰਦਾ ਕੀ ਹੈ, ਕਦੀ ਖੱਬੇ ਕਦੀ ਸੱਜੇ। तो ਉਹ ਡੋਲਣ ਦੀ ਅਵਸਥਾ ਉਦੋਂ ਬਣਦੀ ਹੈ ਜਦੋਂ ਬੰਦੇ ਦੇ ਮਾਈਂਡ ਵਿੱਚ ਕਨਫਿਊਜ਼ਨ ਹੁੰਦਾ ਹੈ। ਕਨਫਿਊਜ਼ਨ ਦਾ ਕਾਰਨ ਇਹ ਹੁੰਦਾ ਹੈ ਕਿ ਬਈ ਮੈਂ ਤਾਂ ਭਰੋਸਾ ਕਰ ਰਿਹਾ ਸੀਗਾ ਕਿ ਮੇਰੇ ਘਰ ਦੇ ਬੰਦੇ, ਮੇਰੇ ਪਰਿਵਾਰ ਦੇ ਮੈਂਬਰ ਮੇਰੇ ਪੱਕੇ ਸਾਥੀ ਨੇ, ਮੇਰੇ ਮਦਦਗਾਰ ਨੇ, ਪਰ ਸਿਚੁਏਸ਼ਨ ਐਸੀ ਬਣ ਗਈ ਹੈ ਕਿ ਉਹਨਾਂ ਦੇ ਵੱਸ 'ਚ ਕੁਝ ਨਹੀਂ ਰਿਹਾ। ਜਿਨ੍ਹਾਂ ਦੋਸਤਾਂ ਮਿੱਤਰਾਂ ਨੂੰ ਮੈਂ ਆਪਣਾ ਸਮਝਦਾ ਸੀਗਾ, ਉਹ ਵੀ ਕੁਝ ਕਰਨ ਜੋਗੇ ਨਹੀਂ ਰਹੇ। ਜੋ ਸਭ ਤੋਂ ਮੇਰੇ ਨਜ਼ਦੀਕੀ ਨੇ, ਮੈਂ ਉਹਨਾਂ ਨੂੰ ਸਮਝ ਰਿਹਾ ਸਾਂ। ਮੈਂ ਆਪਣੇ ਸਰੀਰ ਦੇ ਬਲ ਦੇ ਉੱਤੇ ਭਰੋਸਾ ਰੱਖਦਾ ਸਾਂ ਕਿ ਮੇਰੇ ਸਰੀਰ 'ਚ ਇੰਨੀ ਤਾਕਤ ਹੈ ਕਿ ਜਦੋਂ ਵੀ ਮੈਨੂੰ ਕੋਈ ਮੁਸੀਬਤ ਆਏਗੀ, ਮੈਂ ਉਹਦਾ ਮੁਕਾਬਲਾ ਕਰ ਸਕਾਂਗਾ। ਤੇ ਸਰੀਰ ਦੇ ਵਿੱਚ ਹਾਲਤ ਇਹੋ ਜਿਹੀ ਬਣ ਜਾਏ ਕਿ ਸਰੀਰ ਦੀ ਸਮਰੱਥਾ ਹੀ ਖਤਮ ਹੋ ਜਾਏ। ਜਿਵੇਂ ਕਿਸੇ ਬੰਦੇ ਨੂੰ ਮੰਨ ਲਓ ਪੈਰਾਲਿਸਿਸ ਦਾ ਅਟੈਕ ਹੋ ਜਾਂਦਾ ਹੈ ਜਾਂ ਹਾਰਟ ਅਟੈਕ ਹੋ ਜਾਂਦਾ ਹੈ, ਉਹਦੇ ਸਰੀਰ ਵਿੱਚ ਸਮਰੱਥਾ ਹੀ ਨਹੀਂ ਰਹਿੰਦੀ ਕਿ ਕੁਝ ਆਪਣੇ ਆਪ ਨੂੰ ਹਿਲਾਉਣ ਜੁਲਾਉਣ ਜੋਗਾ ਵੀ ਰਹਿ ਜਾਏ। ਉਹ ਇਹ ਕੁਝ ਵੀ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਤੇ ਬੰਦਾ ਭਰੋਸਾ ਕਰਦਾ ਹੈ, ਉਹ ਕਿਸੇ ਨਾ ਕਿਸੇ ਹਾਲਾਤ ਦੇ ਅੰਦਰ ਉਹਦਾ ਸਾਥ ਛੱਡ ਦਿੰਦੀਆਂ ਹਨ। ਉਹਨਾਂ ਤੋਂ ਜੋ ਕਰ ਸਕਣ ਦੀ ਸਾਨੂੰ ਉਮੀਦ ਹੁੰਦੀ ਹੈ, ਉਹ ਸਮਰੱਥਾ ਖਤਮ ਹੋ ਜਾਂਦੀ ਹੈ। तो फिर जिस चीज़ ਤੇ ਭਰੋਸਾ ਹੋਵੇ ਉਹਦੇ ਉੱਤੇ ਅਗਰ ਜੇ ਸ਼ੱਕ ਪੈ ਜਾਵੇ ਤੇ ਬੰਦਾ ਫਿਰ ਡੋਲਦਾ ਹੈ, ਘਬਰਾ ਜਾਂਦਾ ਹੈ। ਉਹ ਐਸੀ ਹੀ ਜਨਰਲ ਗੱਲ ਕਰਦਿਆਂ ਹੋਇਆਂ ਗੁਰੂ ਸਾਹਿਬ ਕਹਿੰਦੇ ਹਨ, ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ, ਤੇ ਹੁਣ ਤੂੰ ਕਿਉਂ ਘਬਰਾਇਆ ਫਿਰਦਾ ਹੈ। ਪਰ ਅਸਲੀਅਤ ਇਹੀ ਹੈ ਕਿ ਜਿਸ ਪ੍ਰਭੂ ਨੇ ਇਹ ਸਾਰੀਆਂ ਦਾਤਾਂ ਦਿੱਤੀਆਂ ਸੀ, ਜਿਨ੍ਹਾਂ ਦੇ ਸਹਾਰੇ ਤੂੰ ਆਪਣਾ ਜੀਵਨ ਜੀ ਰਿਹਾ ਸੀ, ਸੁੱਖ ਆਨੰਦ ਮਾਣ ਰਿਹਾ ਸੀ, ਉਸ ਦਾਤਾਰ ਨੂੰ ਤਾਂ ਤੂੰ ਕਦੀ ਚੇਤੇ ਕੀਤਾ ਨਹੀਂ, ਉਹਦੇ ਨਾਲ ਪਿਆਰ ਪਾਇਆ ਨਹੀਂ। ਦੁਨੀਆ ਦੇ ਵਿੱਚ ਸਾਡੇ ਦੁਨਿਆਵੀ ਪਦਾਰਥਾਂ ਨੂੰ ਪ੍ਰਾਪਤੀ ਦੇ ਵਿੱਚ ਜਿਹੜੇ ਬੰਦੇ ਸਹਾਈ ਹੁੰਦੇ ਨੇ, ਅਸੀਂ ਉਹਨਾਂ ਦਾ ਅਨੇਕਾਂ ਵਾਰੀ ਧੰਨਵਾਦ ਕਰਦੇ ਹਾਂ, ਥੈਂਕਸ ਕਰਦੇ ਹਾਂ, ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਗਿਫਟਸ ਵੀ ਦਿੰਦੇ ਹਾਂ, ਜਾ ਕੇ ਤਿਉਹਾਰਾਂ ਦੇ ਉੱਤੇ ਉਚੇਚਾ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ, ਨਾਲ ਗਿਫਟ ਦਿੰਦੇ ਹਾਂ। ਸਾਡੇ ਮਨ 'ਚ ਹੁੰਦਾ ਹੈਗਾ ਕਿ ਬਈ ਇਹ ਸਾਨੂੰ ਆਪਣਾ ਨਜ਼ਦੀਕੀ ਸਮਝਣ, ਆਪਣਾ ਹਿਤੂ ਸਮਝਣ, ਇਹ ਸਾਡੇ ਉੱਤੇ ਆਪਣੀ ਸਵੱਲੀ ਨਜ਼ਰ ਬਣਾਈ ਰੱਖਣ। ਤੋ ਜਿੱਥੋਂ ਕਿਧਰੋਂ ਵੀ ਸਾਨੂੰ ਕੋਈ ਲਾਭ ਪ੍ਰਾਪਤੀ ਦੀ ਆਸ਼ਾ ਹੁੰਦੀ ਹੈ, ਅਸੀਂ ਉੱਥੇ ਰਿਲੇਸ਼ਨਸ਼ਿਪ ਬਣਾ ਕੇ ਮੇਨਟੇਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਬਹਾਨੇ ਲੱਭਦੇ ਹਾਂ ਵੀ ਕਿਸੇ ਤਰੀਕੇ ਸਾਡਾ ਸੰਬੰਧ ਜਿਹੜਾ ਹੈ ਪੱਕਾ ਬਣਿਆ ਰਵੇ। ਪਰ ਜਿਸ ਪ੍ਰਭੂ ਤੋਂ ਜ਼ਿੰਦਗੀ ਦੀ ਹਰ ਦਾਤ ਮਿਲਦੀ ਹੈ, ਉਹਨੂੰ ਅਸੀਂ ਭੁਲਾ ਹੀ ਛੱਡਦੇ ਹਾਂ, ਉਹਦੇ ਨਾਲ ਕੋਈ ਰਿਲੇਸ਼ਨਸ਼ਿਪ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। तो ऐसी मूर्खता वाली ਜਿਹੜੀ ਗੱਲ ਹੈ, ਐਸੀ ਲਾਪਰਵਾਹੀ ਜਿਹੜੀ ਹੈ, ਉਸਨੂੰ ਗੁਰੂ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਬਿਆਨ ਕਰਦਿਆਂ ਹੋਇਆਂ ਫਿਰ ਬੰਦੇ ਨੂੰ ਕਿਹਾ ਐਡਰੈਸ ਕੀਤਾ ਹੈ, ਝੱਲਾ ਕਹਿ ਕੇ, ਬਾਵਰੇ ਕਹਿ ਕੇ, ਬਈ ਹੁਣ ਕਿਉਂ ਘਬਰਾਇਆ ਫਿਰਦਾ ਹੈ। ਜਿਹੜਾ ਕੰਮ ਤੇਰਾ ਐਕਚੁਅਲ ਕਰਨ ਵਾਲਾ ਸੀ, ਜੋ ਜ਼ਿੰਮੇਵਾਰੀ ਤੈਨੂੰ ਨਿਭਾਉਣੀ ਚਾਹੀਦੀ ਸੀ ਕਿ ਉਸ ਦਾਤਾਰ ਪ੍ਰਭੂ ਦੇ ਨਾਲ ਆਪਣਾ ਪਿਆਰ ਦਾ ਰਿਸ਼ਤਾ ਜੋੜਨਾ ਸੀ, ਉਹ ਕੰਮ ਤਾਂ ਤੂੰ ਕੀਤਾ ਨਹੀਂ ਤੇ ਹੁਣ ਤੂੰ ਘਬਰਾਇਆ ਫਿਰਦਾ ਹੈ। ਪਰ ਇਹ ਘਬਰਾਹਟ ਆਣੀ ਹੁਣ ਨੈਚੁਰਲ ਹੈ, ਕਿਉਂਕਿ ਜਦੋਂ ਲੋੜ ਪੈਂਦੀ ਹੈ, ਜੇ ਬੰਦੇ ਨੂੰ ਪਤਾ ਹੋਵੇ ਕਿ ਵੀ ਮੈਂ ਜਿਸ ਕੰਮ ਜਿਹਦੇ ਅੱਗੇ ਹੁਣ ਮੈਂ ਰਿਕੁਐਸਟ ਕਰਨ ਲੱਗਾ ਵਾਂ ਮਦਦ ਵਾਸਤੇ, ਉਹਨੂੰ ਤਾਂ ਮੈਂ ਕਦੀ ਦੁਆ ਸਲਾਮ ਵੀ ਨਹੀਂ, ਕਦੀ ਉਹਨੂੰ ਸਤਿ ਸ੍ਰੀ ਅਕਾਲ ਹੀ ਨਹੀਂ ਬੁਲਾਈ, ਕਦੀ ਉਹਦੇ ਮੈਂ ਨੇੜੇ ਨਹੀਂ ਢੁਕਿਆ, ਤੇ ਹੁਣ ਉਹਨੂੰ ਮੈਂ ਸਵਾਲ ਕਿਵੇਂ ਪਾਵਾਂ, ਪਤਾ ਨਹੀਂ ਮੇਰੀ ਸੁਣੇਗਾ ਵੀ ਕਿ ਨਹੀਂ ਸੁਣੇਗਾ। ਦੁਨੀਆਦਾਰੀ ਦੇ ਵਿੱਚ ਵੀ ਅਗਰ ਜੇ ਤੁਸੀਂ ਕਿਸੇ ਐਸੇ ਬੰਦੇ ਕੋਲ ਚਲੇ ਜਾਓ ਆਪਣੀ ਮਦਦ ਮੰਗਣ ਵਾਸਤੇ, ਜਿਹਦੇ ਨਾਲ ਤੁਸੀਂ ਕਦੀ ਸ਼ਕਲ ਨਾ ਦਿਖਾਈ ਹੋਵੇ, ਤੇ ਹੁਣ ਤੁਹਾਨੂੰ ਮਨ 'ਚ ਸੰਸ਼ਾ ਤਾਂ ਹੁੰਦਾ ਹੀ ਹੈ ਨਾ ਕਿ ਵੀ ਇਹ ਬੰਦਾ ਸਮਰੱਥ ਹੈ,
पर पता नहीं मैनू पछाणेगा भी कि नहीं, मेरी गल सुनेगा भी कि नहीं, तो मन डोलदा है। तो ये इस करके ये डोलन की अवस्था उदों ही आती है जो जिंदगी भर प्रभु नूं भुलाई रखिया होवे, ਉਹਦੇ ਨਾਲ कोई प्यार का संबंध ना जोड़िया हो। तो ऐसे इंसान नूं गुरु साहब बाबरे कह के संबोधन करते हुए कहते हैं कि हे झल्ले इंसान, ਹੁਣ क्यों डोलदा फिरदा है। भाव ਇਹੋ ਜਿਹੀ अवस्था आन ही नहीं देनी चाहिए कि बंदे नूं इस तरीके नाल डोलना पवे। अगले श्लोक जिसे विषय नूं फिर अगे कंटिन्यू करते हैं। तन धन संपै सुख दियो, अर जह नीके धाम, को नानक सुन रे मना, सिमरत काहे ना राम। तन और धन ये वो लफज दोबारा रिपीट हो गए हैं। शरीर भी ते रुपया पैसा भी दौलत भी। संपै भाव संपत्ति जायदाद, सुख जीवन के सारे सुख दियो जिसने दिते हैं। अर जह नीके धाम, अते अर मैंने अते जिह जिसने नीके धाम, धाम कहते हैं रहन की जगह नूं, घर नूं, ठिकाने नूं। नीके का अर्थ होता है सुंदर सोहने। कि जिस परमात्मा ने तेनू शरीर दिता, धन दिता, जायदाद दिती, सुख दिते, सोहने घर दिते। ते अगली पंक्ति च कहते हैं कि कहो नानक सुन रहे मना, सिमरत काहे ना राम। ऐसे राम नूं वो जो सर्व व्यापक प्रभु है, जिस दियां दित्तियां होईयां ये सारियां दातां हन, हे मेरे मन तू क्यों उसनूं नहीं चेते रखदा, क्यों उसनूं भुलाई बैठा है। तो फिर तेरी हालत वो हो जानी है डोलन वाली जो पिछले श्लोक में गल की सी। तो इसलिए चेतावनी दे रहे हैं कि हुण भी समझ जा कि ये सब दातां जो तू वरत रहा है, अपना तेरा शरीर, रुपया पैसा, जायदाद, सुख दे सारे साधन ਅਤੇ सुंदर घर जिन्हां विच तू रह रहा है, ये सब दिते हुए प्रभु दे हन, जिसने दिते हैं। कहो नानक सुन रहे मना, सिमरत काहे न राम। उस सर्व व्यापक राम नूं जो सारे सब जगह व्यापक है, हर किसी दे संग है, नाल है, उसनूं क्यों भुलाई बैठा है, ਉਹਦੀ होण तो क्यों अनजान बनया बैठा है, क्यों उसनूं चेते विच नहीं रखदा। ਉਹ जिसले सवालिया फिक्रा आ जाए क्यों नहीं करता, तो भाव यह है भी कीता तो नहीं है हले तक, इसलिए पूछना पै रहा है भी क्यों नहीं करता, क्यों नहीं सिमरता। तो ਇਹਦੇ ਵਿੱਚ एक ये भी नाल इनहेरेंट चीज़ इंप्लाइड है कि ये ऑब्वियस है, ये करना ही बनता है, ये तो करने वाला काम सी, ਇਹਨੂੰ इग्नोर नहीं सी करना चाहिए, ये तेरा फर्ज है, तेनू सिमरना चाहिए सीगा, पर तू क्यों नहीं सिमर रहा। तो ये उसे बावरे इंसान की ही निशानी है कि ਜਿਹੜਾ प्रभु ਨੂੰ सिमरन तो उकाई कर रहा है। तो इन्हां दोनों श्लोकों के अंदर प्रभु दियां दित्तियां होईयां दातां दी याद करा के प्रभु के नाल प्यार पाउण ते प्रभु ਨੂੰ अपने याद का हिस्सा बनाने वास्ते गुरु साहब प्रेरणा कर रहे हैं। अगे इस तो पढ़ते हैं जी श्लोक नंबर 9वां। उत्थे भी विषय यही चल रहा है, सब सुख दाता राम है, दूसर नाहिन कोय, को नानक सुन रे मना, ते सिमरत गत होए। हुण ये गल फिर दोहराई जा रही है कि सब सुख दाता राम है, दूसर नाहिन कोय। कि सारे सुख जिन्हां दी पिछे गल आई है, उन्हां दी दात देन वाला, उन्हां दा दाता वो सर्व व्यापक राम है, प्रभु है। दूसर नाहिन कोई, कोई दूसरा नहीं है। ये गल हुण दृढ़ करवाने वास्ते रिपीट करके दूसरे लफ्ज़ां च इहनूं दोहराया जा रहा है कि उस राम तो छुट कोई होर दूसरा नहीं है। मते तैनूं भुलेखा होवे कि भाई राम तो इलावा भी कोई होर कोई दात देने वाला, कोई सुख सुख पहुँचाने वाला है, नामुमकिन है, नहीं है। सब सुख दाता राम है, दूसर नाहिन कोई, कोई दूजा नहीं है। ये गल कहनी क्यों पई गुरु साहब ने दोहरा के कोई दूजा होर कोई नहीं है, क्योंकि आम इंसान दुनियावी सुखों की दात नूं अपने सज्जना मित्रां, अपने घर के मैंबरस, अपने पेरेंट्स, अपने भैन भरावां की दात भी समझ लैंदा है। वैसे तो बंदा बहुत एहसान फरामोश है, जिन्हां पासों उन्होंने कुछ भी प्राप्त होता है बड़ी छेती उन्होंने भुला दिंदा है, ये उहदा आम आम सुभाव है। पर जे थोड़ा बहुता किसी नूं याद करता भी है तो दुनियादारी दे विच लोकां नूं याद करता है,
कि मेरी फलाने बंदे ने मदद की, फलाने बंदे ने मैनू नौकरी दिवाई, फलाने बंदे ने मैनू पढ़ाया, फलाने बंदे ने मेरी मदद की पैसे रुपए पैसे नाल। तो ਉਹਨਾਂ ਨੂੰ ਉਹ ਸਮਝਦਾ ਹੈ ਕਿ ਉਹਨਾਂ ਨੇ ਮੇਰੀ ਮਦਦ ਕੀਤੀ, ਮੇਰਾ ਕੰਮ ਕੀਤਾ ਹੈ, ਮੈਨੂੰ ਉਹਨਾਂ ਨੇ ਫਾਇਦਾ ਪਹੁੰਚਾਇਆ ਹੈ। ਤੋ ਦੁਨੀਆਦਾਰਾਂ ਨੂੰ ਉਹ ਸਮਝਦਾ ਹੈ ਕਿ ਜਿਵੇਂ ਕੁਝ ਦੇਣ ਵਾਲੇ ਉਹ ਲੋਕ ਹਨ। ਖਾਸ ਤੌਰ ਤੇ ਬਿਊਰੋਕ੍ਰੇਸੀ ਦੇ ਵਿੱਚ ਨੌਕਰੀਆਂ ਵਾਲੇ ਨੌਕਰੀ ਪੇਸ਼ਾ ਲੋਕ ਜਿਹੜੇ ਹਨ ਉਹ ਤਾਂ ਆਪਣੇ ਤੋਂ ਸੀਨੀਅਰ ਅਫਸਰਾਂ ਤੇ ਜਾਂ ਜਿਹੜੇ ਹੋਰ ਪ੍ਰਾਈਵੇਟ ਕੰਸਰਨ ਦੇ ਵਿੱਚ ਜਿਹੜੇ ਮਾਲਕ ਲੋਕ ਨੇ, ਜਿਹੜੇ ਓਨਰ ਨੇ, ਪ੍ਰੋਪਰਾਈਟਰ ਨੇ ਜਾਂ ਸੀਨੀਅਰ ਮੈਨੇਜਰ ਨੇ, ਉਹਨਾਂ ਦੀ ਚਾਪਲੂਸੀ ਹੀ ਕਰਦੇ ਰਹਿੰਦੇ ਹਨ। ਪੋਲਿਟਿਕਸ ਦੇ ਵਿੱਚ ਜਿਹੜੇ ਰਾਜ ਸ਼ਕਤੀ ਦੇ ਮਾਲਕ ਹਨ, ਲੋਕ ਉਹਨਾਂ ਦੀ ਚਾਪਲੂਸੀ ਕਰਦੇ ਰਹਿੰਦੇ, ਖੁਸ਼ਾਮਦ ਕਰਦੇ ਰਹਿੰਦੇ ਹਨ। ਸਮਝਦੇ ਹਨ ਕਿ ਬਈ ਸੁੱਖ ਦੇਣ ਵਾਲੇ, ਕੁਝ ਦਾਤਾਂ ਦੇਣ ਵਾਲੇ ਇਹ ਲੋਕ ਹੀ ਹਨ, ਇਹਨਾਂ ਦੀ ਸਮਰੱਥਾ ਹੈ, ਇਹ ਕੁਝ ਸੁੱਖ ਦੇ ਸਕਦੇ ਹਨ। ਪਰ ਇਹ ਇਨਸਾਨ ਦੇ ਸਭ ਭੁਲੇਖੇ ਹੀ ਹਨ, ਕਿਉਂਕਿ ਅਸਲ ਵਿੱਚ ਉਹ ਸਾਰੇ ਖੁਦ ਵੀ ਮੰਗਤੇ ਹੀ ਹਨ। ਜਿਵੇਂ ਅਕਬਰ ਬਾਦਸ਼ਾਹ ਦੇ ਲਾਈਫ ਦੀ ਇੱਕ ਸਟੋਰੀ ਆਉਂਦੀ ਹੈ ਕਿ ਕੋਈ ਬੰਦਾ ਉਹਦੇ ਅਕਬਰ ਦੇ ਮਹਿਲ ਦੇ ਵਿੱਚ ਉਹਦੇ ਪਾਸੋਂ ਕੋਈ ਮਦਦ ਮੰਗਣ ਵਾਸਤੇ ਗਿਆ ਤੇ ਚਾਂਸ ਦੀ ਗੱਲ ਹੈ ਕਿ ਜਿਸ ਵੇਲੇ ਉਹਨੂੰ ਅਕਬਰ ਦੇ ਕਮਰੇ ਵੱਲ ਲਿਜਾਇਆ ਗਿਆ ਤੇ ਅਕਬਰ ਦਾ ਉਸ ਵੇਲੇ ਨਮਾਜ਼ ਪੜ੍ਹ ਰਿਹਾ ਸੀ। ਉਹ ਚੁੱਪ ਕਰਕੇ ਖੜੋਤਾ ਹੋਇਆ ਦੇਖਦਾ ਰਿਹਾ ਤੇ ਅਕਬਰ ਝੁਕ ਕੇ, ਸਿਰ ਝੁਕਾ ਕੇ, ਮੱਥਾ ਟੇਕ ਕੇ, ਕੁਝ ਹੱਥ ਜੋੜ ਕੇ ਕੁਝ ਕਰ ਰਿਹਾ ਸੀਗਾ ਤੇ ਉਹਨੂੰ ਸਮਝ ਤੇ ਆ ਗਈ ਵੀ ਇਹ ਵੀ ਕੁਝ ਮੰਗ ਰਿਹਾ ਹੈ ਕਿਸੇ ਕੋਲੋਂ। ਜਿਸ ਵੇਲੇ ਨਮਾਜ਼ ਖਤਮ ਹੋਈ ਤਾਂ ਅਕਬਰ ਨੇ ਦੇਖਿਆ ਵੀ ਕੋਈ ਫਰਿਆਦੀ ਖੜਾ ਹੈ ਤੇ ਉਹਨੇ ਪੁੱਛਿਆ, ਹਾਂ ਵੀ ਮੰਗ ਤੂੰ ਕੀ ਮੰਗਦਾ ਹੈ? ਕਹਿੰਦਾ ਬਾਦਸ਼ਾਹ ਸਲਾਮਤ, ਪਹਿਲੇ ਮੇਰਾ ਇੱਕ ਸਵਾਲ ਹੈ ਕਿ ਬਈ ਤੁਸੀਂ ਹੁਣੇ ਕੀ ਕਰ ਰਹੇ ਸੀ? ਕਿ ਮੈਂ ਨਮਾਜ਼ ਪੜ੍ਹ ਰਿਹਾ ਸੀ। ਕਿਹਦੇ ਪਾਸੋਂ ਕੁਝ ਮੰਗ ਰਹੇ ਸੀ? ਕਿ ਮੈਂ ਖੁਦਾ ਪਾਸੋਂ ਮੰਗ ਰਿਹਾ ਸੀ। ਤਾਂ ਉਹ ਫਿਰ ਉਹ ਗੱਲ ਸੁਣ ਕੇ ਹੱਥ ਜੋੜ ਕੇ ਤੇ ਵਾਪਸ ਤੁਰ ਪਿਆ। ਤਾਂ ਉਹਨੇ ਆਵਾਜ਼ ਮਾਰੀ, ਕੀ ਗੱਲ ਭਾਈ, ਤੂੰ ਆਪਣੀ ਮੰਗ ਦੱਸੀ ਨਹੀਂ ਵੀ ਤੈਨੂੰ ਕੀ ਚਾਹੀਦਾ ਹੈ? ਕਹਿੰਦਾ ਜੀ ਮਹਾਰਾਜ, ਜਿਹਦੇ ਪਾਸੋਂ ਤੁਸੀਂ ਮੰਗ ਰਹੇ ਸੋ ਮੈਂ ਵੀ ਉਹਦੇ ਕੋਲੋਂ ਹੀ ਮੰਗ ਲਾਂਗਾ, ਮੰਗਤੇ ਕੋਲੋਂ ਕੀ ਮੰਗਣਾ ਹੋਵੇ। तो इस करके ये गल दृढ़ करनी बहुत जरूरी है कि सब सुख दाता राम है, दूसर नाहिन कोई। मता कोई समझ लवे कि भाई बादशाह जड़ा है वो दाता है, सुख देने वाला है, या कोई साडा अफसर या साडा कोई और राजनीतिक बंदा वो कोई सुख देने वाला है। वो सारे भी मंगते ही हैं, मंग मुंग के ही अगों पास ऑन कुछ कर देंगे हैं। तो सब सुख दाता राम है, दूसर नाहिन कोई। कौ नानक सुन रहे मना, हे नानक, हे मेरे मन, सुन इस गल नूं कि जिहड़ा सारे सुखां दा दाता है, जिहदे तो छुट होर कोई नहीं है, उसनूं ही चेते विच रखिया ते सिमरत गत होए, ते उसनूं सिमरत याद कीतियां गत होए। होण तो भाव की है, उच्ची आत्मक अवस्था हुंदी है। गत दा वैसे जो आखिरी अर्थ है वो है अवस्था, स्टेट। तो स्टेटस या स्टेट की है कि जिस हालत विच कोई है, ते जदों चंगी हालत होवे तां वो चंगी गत है, नहीं तां कहंदे बुरी गत है। आम तौर बोलचाल च असीं कह दिंदे ना भी उस बंदे नूं ते बड़ा लोकां ने कुੱਟਿਆ, ਉਹਦੀ बड़ी बुरी गत बना ਦਿੱਤੀ। तो बुरी गत मतलब बुरी हालत। तो गत मैंने जो किसी की अवस्था है। तो गत जो इकल्ले इस रूप में वरत्या जाता है तो ਉਹਦਾ जो भाव ਹੁੰਦਾ है चंगी अवस्था, उच्ची अवस्था, ਜਿਹੜੀ डिजायरेबल अवस्था है वो भाई तेरी तो अच्छी अवस्था है। तो जे तेरी जिवें ਅਸੀਂ ਕਹੀਏ ਨਾ ਵੀ तेरी तो पोजीशन है, ਇਹਦਾ मतलब ਕੀ है तेरी चंगी पोजीशन है, तेरा स्टेटस है, तेरा चंगा स्टेटस है। तो ਜਦੋਂ ਕੋਈ ਉਹਦੇ ਅੱਗੇ ਅਗੇਤਰ ਨਹੀਂ ਲਗਾਇਆ ਜਾਂਦਾ तो ਉਹ ਚੰਗੇ ਦੇ ਅਰਥਾਂ ਦੇ ਵਿੱਚ ਹੀ ਉਹਦਾ मीनिंग ਹੁੰਦਾ है। तो तय सिमरत गत होए, उसनूं याद कीतियां चंगी अवस्था बनती है, उच्ची आत्मक अवस्था बनती है। तो इसलिए गुरु साहब मन ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਉਸ ਪ੍ਰਭੂ ਦਾ ਨਾਮ ਸਿਮਰ ਕੇ ਉਹਨੂੰ ਚੇਤੇ ਰੱਖ ਕੇ ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। 10वें श्लोक ਵਿੱਚ ਫਿਰ ਹੁਣ ਇਸੇ ਹੀ ਭਾਵ ਨੂੰ ਅੱਗੇ ਕੰਟੀਨਿਊ ਕਰਦੇ ਹਨ ਕਿ ਜੈ ਸਿਮਰਤ ਗਤ ਪਾਈ ਹੈ ਇਹ ਭਜਰੇ ਤੈ ਮੀਤ, ਕੋ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ। ਜੇ ਸਿਮਰਤ ਗਤ ਪਾਈਏ, ਜਿਹਨੂੰ ਚੇਤੇ ਰੱਖਿਆ, ਜਿਹੜੀ ਗੱਲ ਪਿਛਲੇ ਸ਼ਲੋਕ ਦੀ ਦੂਸਰੀ ਪੰਕਤੀ ਚ ਜਿੱਥੇ ਗੱਲ ਮੁਕਾਈ ਸੀ ਉੱਥੋਂ ਗੱਲ ਸ਼ੁਰੂ ਕਰ ਰਹੇ ਹਨ ਕਿ ਜਿਸ ਨੂੰ ਸਿਮਰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ। ਜੇ ਸਿਮਰਤ ਗਤ ਪਾਈਏ,
ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਕਿਹੜੀ ਅਵਸਥਾ? ਚੰਗੀ ਅਵਸਥਾ, ਉੱਚੀ ਅਵਸਥਾ। ਜਿਸ ਨੂੰ ਸਿਮਰਨ ਦੇ ਨਾਲ, ਕਿਸ ਨੂੰ ਸਿਮਰਨ ਦੇ ਨਾਲ? ਉਸ ਪ੍ਰਭੂ ਨੂੰ ਜੋ ਸਰਵ ਵਿਆਪਕ ਹੈ, ਜੋ ਰਾਮ ਹੈ। ਉਸ ਨੂੰ ਸਿਮਰਨ ਦੇ ਨਾਲ, ਜਦੋਂ ਜਿਹਨੂੰ ਸਿਮਰਨ ਦੇ ਨਾਲ ਉੱਚੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਤੇ ਉਸ ਨੂੰ ਭਜ ਰੇ ਤੈ ਮੀਤ, ਹੈ ਮੇਰੇ ਮਿੱਤਰ ਤੂੰ ਉਸ ਨੂੰ ਭਜ, ਉਸ ਦਾ ਭਜਨ ਕਰ, ਉਸ ਨੂੰ ਹਰ ਵੇਲੇ ਆਪਣੇ ਧਿਆਨ ਦੇ ਵਿੱਚ ਰੱਖ। ਤੈ ਲਫ਼ਜ਼ ਜਿਹੜਾ ਹੈ ਤੈ ਦੇ ਅਰਥਾਂ ਵਿੱਚ ਆਇਆ ਹੈ ਤੂੰ, ਹੈ ਮੇਰੇ ਮਿੱਤਰ ਤੂੰ ਭਜ, ਤੂੰ ਉਸ ਨੂੰ ਚੇਤੇ ਕਰ। तो ये मित्र भी संबोधन रूप ਵਿੱਚ ਆਇਆ ਹੈ। तो ਇੱਥੇ ਭਾਵੇਂ ਇਸ ਨੂੰ ਸਤਸੰਗੀ ਜਨਾਂ ਦੇ ਰੂਪ ਵਿੱਚ ਮੰਨ ਲਓ ਵੀ ਜਿਵੇਂ ਸਤਸੰਗ ਨੂੰ ਸੰਬੋਧਨ ਕਰਕੇ, ਗੁਰਸਿੱਖਾਂ ਨੂੰ ਸੰਬੋਧਨ ਕਰਕੇ ਮਿੱਤਰ ਕਹਿ ਕੇ ਸੰਬੋਧਨ ਕਰ ਰਹੇ ਹਾਂ। तो ਜਦੋਂ ਵੀ ਕੋਈ ਗੱਲ ਜਿਹੜੀ ਇੰਪੋਰਟੈਂਟ ਹੋਵੇ ਤਾਂ ਅਸੀਂ ਆਮ ਤੌਰ ਤੇ ਬੰਦੇ ਨੂੰ ਸੰਬੋਧਨ ਕਰਕੇ ਫਿਰ ਆਪਣੀ ਗੱਲ ਕਰਦੇ ਹਾਂ ਕਿ ਭਾਈ ਸਾਹਿਬ ਇਹ ਗੱਲ ਸੁਣ ਲਓ, ਜਾਂ ਬੰਦੇ ਦਾ ਨਾਮ ਲੈ ਕੇ ਕਹਿੰਦੇ ਹਾਂ ਕਿ ਵੀ ਇਹ ਗੱਲ ਮੈਂ ਕਹਿ ਰਿਹਾ ਹਾਂ ਸੁਣੋ ਜੀ। तो ਉਚੇਚਾ ਧਿਆਨ ਦੀਵਾਨ ਵਾਸਤੇ ਸੰਬੋਧਨ ਕੀਤਾ ਜਾਂਦਾ ਹੈ। तो ਇੱਥੇ ਵੀ ਜੋ ਹੈ ਜਿਵੇਂ ਪਿਛਲੇ ਸ਼ਲੋਕ ਵਿੱਚ ਮਨ ਨੂੰ ਸੰਬੋਧਨ ਕੀਤਾ ਸੀ, ਇੱਥੇ ਮਿੱਤਰ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਤੇ ਭਜ ਰੇ ਤੈ ਮੀਤ, ਹੈ ਮੇਰੇ ਮਿੱਤਰ ਤੂੰ ਉਸ ਦਾ ਭਜਨ ਕਰ, ਜਿਸ ਦੇ ਸਿਮਰਨ ਕਰਨ ਦੇ ਨਾਲ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਤੇ ਹੁਣ ਅਗਲੀ ਪੰਕਤੀ ਫਿਰ ਮਨ ਨੂੰ ਹੀ ਸੰਬੋਧਨ ਕਰ ਲਿਆ ਹੈ, ਮਾਨੋ ਜਿਵੇਂ ਮਨ ਨੂੰ ਹੀ ਮਿੱਤਰ ਕਹਿ ਕੇ ਸੰਬੋਧਨ ਕੀਤਾ ਹੋਵੇ। ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ, ਨਾਲ ਚੇਤਾਵਨੀ ਵੀ ਦੇ ਰਹੇ ਹਨ ਕਿ ਔਦ ਘਟਤ ਹੈ। ਔਦ ਦਾ ਲਫ਼ਜ਼ ਜੋ ਹੈ ਇਹ ਅਵਧੀ ਲਫ਼ਜ਼ ਤੋਂ ਬਣਿਆ ਹੈ। ਔਦ ਅਵਧੀ ਦਾ ਮਤਲਬ ਹੁੰਦਾ ਹੈ ਟਾਈਮ ਸਪੈਨ, ਟਾਈਮ ਇੰਟਰਵਲ। तो ਇਹ ਜ਼ਿੰਦਗੀ ਦੇ ਅਰਥਾਂ ਦੇ ਵਿੱਚ ਵੀ ਇਸਤੇਮਾਲ ਹੁੰਦਾ ਹੈ। ਔਦ ਦਾ ਮਤਲਬ ਜਿੰਨੀ ਤੈਨੂੰ ਜ਼ਿੰਦਗੀ ਮਿਲੀ ਹੈ, ਜਿੰਨਾ ਟਾਈਮ ਸਪੈਨ ਤੈਨੂੰ ਦੁਨੀਆ 'ਚ ਬਿਤਾਉਣ ਵਾਸਤੇ ਮਿਲਿਆ ਹੈ। ਘਟਤ ਹੈ ਨੀਤ, ਉਹ ਨਿਤਾ ਪ੍ਰਤੀ ਹਰ ਸਮੇਂ ਘਟ ਰਹੀ ਹੈ। तो तेरी अवधि कितनी है? जिन्नी तेरी बाकी जिंदगी बची है। ਜਿਹੜੀ ਬੀਤ ਗਈ ਹੈ ਉਹ ਤਾਂ ਖਤਮ, ਉਹ ਤਾਂ ਵਾਪਸ ਆ ਨਹੀਂ ਸਕਦੀ, ਕਿਉਂਕਿ ਟਾਈਮ ਤਾਂ ਇੱਕ ਡਾਇਰੈਕਸ਼ਨ 'ਚ ਹੀ ਚੱਲਦਾ ਹੈ, ਉਹਦੇ ਵਿੱਚ ਤਾਂ ਰਿਵਰਸਲ ਹੁੰਦੀ ਨਹੀਂ। तो टाइम जिन्ना बीत गया वो तो खत्म हो गया, तो हुण बाकी का भी घटता जा रहा है लगातार, हर पल हर सेकंड टाइम खत्म हो रहा है। तो औध घटत है नीत, निता प्रति हर पल हर समय घट रहा है। और इस गल का सब नूं पता है कि इंसान नूं फाइनाइट अवधि मिलती है। हर इंसान जो उपजियो सो बिनस है वाला जो असूल है सब इंसानों से लागू होता है। जो पैदा होया है उन्हें मरना जरूर है। तो विचकार की जिहड़ी अवधि है वो हर वक्त घटती जा रही है। तो जिहड़ी चीज़ घटती जा रही है फिर किसी वेले तो मुक भी जाएगी। तो इसलिए एक चेतावनी का काम कर रहे हैं गुरु साहब, कहते हैं कि भाई इस करके डिले ना कर, देर ना कर, जिन्ना समा बचिया है पता नहीं कितना है, जो भी है उसनों यूटिलाइज कर। तो करना की है ते भजरे तैमीत, हे मेरे मित्र उस प्रभु का भजन कर, उसनों चेते कर, उसनों याद कर, जिसनों याद कीतियां उच्ची आत्मक अवस्था की प्राप्ति होती है। तो जय सिमरत गत पाइए ते भजरे तैमीत, कहो नानक सुन रे मना औद घटत है नीत। ये औद दिनों दिन घट रही है, हर समय घट रही है। तो इसलिए सुचेत हो जा, हुण भी संभल जा, नहीं तो जिन्नी समर्था हुण है कल उस तो घटेगी ही। जिन्नी शरीर की ताकत है उस तो ताकत भी घट जानी है। जिन्नी अकल काम करती है अकल ने भी उस तो घट ही काम करना है। वडेरी उम्र च आंदियां आंदियां बंदे की याद शक्ति, बंदे एनालाइज करने की शक्ति, सब शक्तियां हौली हौली घट जांदियां हैं। तो जदों सही समा है, जिन्हों आम तौर पर जवानी का समा लोग कहते हैं भी ये तो खान डान की उम्र है, ये तो आनंद मानन की, सुख मानन की उम्र है। तो सुख मानन नूं कोई मना नहीं करता, पर बशर्ते कि सुख मानदियां होइयां सुख दाते नूं ना भुलाया जाए। हुंदा यही है कि सुखां दे विच इंसान की सोच इन्नी ज़्यादा खचत हो जाती है कि सुख दाता जो राम है वो ही भुल जाता है। तो बस इस श्लोकां दे अंदर यही चेतावनी दी गई है कि जिसदे दिते हुए धन दारा संपत सगल, तन तन संपै सुख दियो अर्जय नीके धाम, वो सारा सब सुख दाता राम है, वो ना भुल जावे, ਉਹਨੂੰ बस चेते विच रख। इन्हां दी वरतों करन तो कदी किते भी गुरबाणी ने मना नहीं किया।
ਸੁਚੱਜੀ ਵਰਤੋਂ ਇਨਸਾਨ ਦਾ ਕਰਨਾ ਉਹਦਾ ਹੱਕ ਵੀ ਹੈ, ਉਹਦੀ ਡਿਊਟੀ ਵੀ ਹੈ ਕਿ ਉਹ ਆਪਣੇ ਸਰੀਰ ਦੀ ਪਾਲਣਾ ਵਾਸਤੇ, ਪਰਿਵਾਰ ਦੀ ਪਾਲਣਾ ਵਾਸਤੇ ਉਹਨੇ ਸਾਧਨ ਇਕੱਠੇ ਵੀ ਕਰਨੇ ਹਨ, ਉਹਨਾਂ ਦੀ ਵਰਤੋਂ ਵੀ ਕਰਨੀ ਹੈ। ਪਰ ਇਹ ਨਾ ਹੋਵੇ ਕਿ ਸਾਰਾ ਐਫਰਟ, ਸਾਰੀ ਸੋਚ ਸਿਰਫ ਸੁੱਖ ਦੇ ਸਾਧਨ ਇਕੱਠੇ ਕਰਨ ਵਿੱਚ ਹੀ ਬਤੀਤ ਹੋ ਜਾਵੇ। ਤੇ ਜਿਹਦੇ ਸਦਕਾ ਇਹ ਸਾਧਨ ਮਿਲਦੇ ਹਨ, ਜਿਹਦੇ ਸਦਕਾ ਸੁੱਖ ਮਾਨਣ ਦੀ ਸਮਰੱਥਾ ਮਿਲਦੀ ਹੈ, ਉਹ ਹੀ ਦਾਤਾ ਭੁੱਲ ਜਾਵੇ। ਉਹ ਜੋ ਸਭ ਸੁਖ ਦਾਤਾ ਰਾਮ ਹੈ, ਉਹ ਚੇਤੇ ਚੋਂ ਵਿਸਰ ਜਾਏ। ਉਹੀ ਚੇਤਾਵਨੀ ਗੁਰੂ ਸਾਹਿਬ ਨੇ ਇਹਨਾਂ ਸ਼ਲੋਕਾਂ 'ਚ ਦਿੱਤੀ ਹੈ ਕਿ ਜੇ ਸਿਮਰਤ ਗਤ ਪਾਈ ਹੈ ਤੇ ਭਜਰੇ ਤਮੀਤ, ਕਉ ਨਾਨਕ ਸੁਣ ਰੇ ਮਨਾ, ਔਧ ਘਟਤ ਹੈ ਨੀਤ। ਇਹ ਨਾ ਹੋਵੇ ਕਿ ਘਟਦੀ ਘਟਦੀ ਔਧ ਜ਼ੀਰੋ ਤੇ ਪਹੁੰਚ ਜਾਵੇ ਤੇ ਫਿਰ ਪਛਤਾਣਾ ਪਵੇ। तो इतने ही बचन प्रवान करने की हुई भुला की मां। वाहिगुरू जी का खालसा, वाहिगुरू जी की फतेह।